प्यारे वीरो, जय भीम जय भारत नमो बुद्धा। मैं हुणे सवेरे उठ के मूल भारती धम्म संघ ਦੇ ਅੰਦਰ ਆਏ ਵਿਚਾਰਾਂ ਨੂੰ ਦੇਖਿਆ ਸੁਣਿਆ ਤਾਂ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਕੱਲ ਕੋਈ ਬਾਮਸੇਵ ਦੀ ਮੀਟਿੰਗ ਹੋਣ ਵਾਲੀ ਹੈ ਜਲੰਧਰ 'ਚ। ਜਿਸ ਤਰ੍ਹਾਂ ਇਸ ਖਬਰ ਦੇ ਵਿੱਚ ਦਿੱਤਾ ਗਿਆ ਹੈ, ਜਿਸ ਤਰ੍ਹਾਂ ਇਸ ਪੋਸਟ ਦੇ ਵਿੱਚ ਦਿੱਤਾ ਗਿਆ ਹੈ ਔਰ ਉਹਦੇ ਬਾਰੇ ਕਿਹਾ ਗਿਆ ਕਿ ਬਾਮਸੇਵ ਦੇ ਖਿਲਾਫ ਮੁਕੱਦਮਾ ਵੀ ਦਰਜ ਕਰਾਇਆ ਗਿਆ ਔਰ ਸਵੇਰੇ ਜਾਣੀ ਜੋ ਵੀ ਨਿਸ਼ਚਿਤ ਸਮਾਂ ਹੈ ਉਸ ਸਮੇਂ ਕਿਹਾ ਗਿਆ ਕਿ ਜਿੰਨੀਆਂ ਵੀ ਵਾਲਮੀਕ ਸਭਾਵਾਂ ਹੈ ਪੰਜਾਬ ਦੀਆਂ, ਉਹ ਆਪਣੇ ਆਪਣੇ ਲੈਟਰ ਪੈਡ 'ਤੇ ਲਿਖ ਕੇ ਵਿਰੋਧ ਦੇ ਵਿੱਚ DC ਦਫ਼ਤਰ ਪਹੁੰਚਣ ਤਾਂ ਕਿ ਬਾਮਸੇਵ ਦੇ ਖਿਲਾਫ ਹੋਰ ਲਿਖ ਕੇ ਦਿੱਤਾ ਜਾਵੇ। ਇਸ ਗੱਲ ਨਾਲ ਮਨ ਨੂੰ ਬੜਾ ਦੁੱਖ ਪਹੁੰਚਿਆ ਹੈ। ਮੈਂ ਜ਼ਿਆਦਾ ਕੁਛ ਤਾਂ ਨਹੀਂ ਬੋਲਣਾ ਚਾਹੁੰਦਾ, ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਭਾਰਤ ਅੰਦਰ ਕੇਵਲ ਬਾਮਸੇਵ ਹੈ ਇੱਕ ਐਸੀ ਜਥੇਬੰਦੀ ਜਿਸ ਨੇ ਭਾਰਤ ਦੇ SC ST OBC ਲਗਭਗ ਅੱਜ 90-100 ਕਰੋੜ ਲੋਕਾਂ ਦੇ ਹਿੱਤਾਂ ਵਾਸਤੇ ਬਹੁਤ ਜ਼ਬਰਦਸਤ ਸੰਘਰਸ਼ ਲੜਿਆ ਔਰ ਇਹ 40 ਸਾਲ ਤੋਂ ਸੰਘਰਸ਼ ਲੜ ਰਹੀ ਹੈ। ਅੱਜ ਭਾਰਤ 'ਚ ਜਿੰਨੀ ਜਾਗਰਤੀ ਹੈ ਜਾਂ ਦੁਨੀਆ ਵਿੱਚ ਜਿੰਨੀ ਭਾਰਤ ਦੇ ਲੋਕਾਂ ਅੰਦਰ ਜਾਗਰਤੀ ਆਈ ਹੈ, ਉਹਦਾ ਇੱਕੋ ਇੱਕ ਮੂਲ ਆਧਾਰ ਹੈ, ਉਹ ਬਾਮਸੇਵ ਹੈ। ਬਾਮਸੇਵ ਨੇ ਲੱਖਾਂ ਦੀ ਗਿਣਤੀ 'ਚ ਅੰਬੇਡਕਰਾਈਟ ਪੈਦਾ ਕੀਤੇ ਹੈ। ਬਾਮਸੇਵ ਨੇ ਰਾਜਨੀਤੀ ਨੂੰ ਦਿਸ਼ਾ ਦਿੱਤੀ ਹੈ ਔਰ ਬਾਮਸੇਵ ਨੇ ਬ੍ਰਾਹਮਣੀ ਵਿਵਸਥਾ, ਜਿਹੜੀ ਜਾਤੀ ਵਿਵਸਥਾ ਹੈ ਜਿਹਦੇ ਅਸੀਂ ਸ਼ਿਕਾਰ ਹੋਏ ਹਾਂ, ਅਛੂਤ ਲੋਕ, ਵਾਲਮੀਕੀ ਲੋਕ ਜਾਂ ਦੂਸਰੇ ਛੋਟੀਆਂ ਜਾਤਾਂ ਦੇ, ਨੀਚ ਜਾਤਾਂ ਦੇ ਲੋਕ ਜੋ ਭਾਰਤ 'ਚ SC ST OBC ਦੇ ਨਾਂ ਨਾਲ ਜਾਣੇ ਜਾਂਦੇ ਹੈ, ਉਹਨਾਂ ਦੇ ਅਸਲ ਇਤਿਹਾਸ ਦੀ ਜਾਣਕਾਰੀ ਬਾਮਸੇਵ ਦੇ ਮਾਧਿਅਮ ਤੋਂ ਸਾਹਮਣੇ ਆਈ ਹੈ। ਮੈਂ ਚਾਹੇ ਬਾਮਣ ਮੇਸ਼ਰਾਮ ਦੀ ਬਾਮਸੇਵ ਨਾਲ ਜੁੜਿਆ ਹੋਇਆ ਨਹੀਂ ਹਾਂ, ਪਰ ਮੈਂ ਕਾਂਸ਼ੀਰਾਮ ਜੀ ਦੀ ਬਾਮਸੇਵ ਨਾਲ 80-81 ਤੋਂ ਜੁੜਿਆ ਅੱਜ ਤੱਕ ਉਸ ਬਾਮਸੇਵ ਦਾ ਕੰਮ ਕਰ ਰਿਹਾ। ਮੈਂ ਆਪਣੇ ਲੋਕਾਂ ਦੀ ਖਾਤਰ, ਆਪਣੇ ਸਮਾਜ ਦੀ ਖਾਤਰ, ਆਪਣੇ ਮਾਣ ਤੇ ਸਨਮਾਨ ਦੀ ਖਾਤਰ, ਆਪਣੀ ਬਰਾਬਰੀ ਦੀ ਖਾਤਰ ਔਰ ਇਸ ਦੇਸ਼ ਦੇ ਮੂਲ ਵਾਸੀਆਂ ਦੀ ਖਾਤਰ ਜਿਨ੍ਹਾਂ 'ਚ ਮੈਂ ਜਨਮ ਲਿਆ, ਉਹਨਾਂ ਦੀ ਖਾਤਰ ਬਾਮਸੇਵ ਦੇ ਮਾਧਿਅਮ ਤੋਂ ਸੰਘਰਸ਼ ਕਰ ਰਿਹਾ। ਔਰ ਇਹ ਇੱਕ ਬਾਮਸੇਵ ਨਹੀਂ ਹੈ ਮੇਸ਼ਰਾਮ ਜੀ ਦੀ, ਕਈ ਬਾਮਸੇਵਾਂ ਹੈ ਔਰ ਇਹ ਕੋਈ ਬੁਰੀ ਗੱਲ ਨਹੀਂ ਹੈ। ਜਦੋਂ ਘੱਟੋ ਘੱਟ 100 ਕਰੋੜ ਲੋਕਾਂ ਨੂੰ ਜਾਗਰਤ ਕਰਨਾ ਹੋਵੇ ਤਾਂ ਜੇ ਬਾਮਸੇਵ 1 2 3 4 ਵੱਧ ਵੀ ਜਾਣ ਤਾਂ ਇਹ ਕੋਈ ਮਾੜੀ ਗੱਲ ਨਹੀਂ ਹੈ। ਸਵਾਲ ਇਹ ਹੈ ਕਿ ਉਹ ਬਾਮਸੇਵ ਅੱਗੇ ਕਿਵੇਂ ਵੱਧਦੀ ਹੈ ਔਰ ਉਹ ਆਪਣੇ ਮਿਸ਼ਨ ਨੂੰ ਸਮਰਪਿਤ ਕਿਵੇਂ ਰਹਿੰਦੀ ਹੈ, ਕਿੱਥੋਂ ਤੱਕ ਸਮਰਪਿਤ ਹੋ ਕੇ ਚੱਲਦੀ ਹੈ। ਕਦੇ ਕਦੇ ਚਰਚਾ ਹਰ ਵਿਸ਼ੇ 'ਤੇ ਹੁੰਦੀ ਹੈ, ਕਦੇ ਗੁਰੂ ਰਵਿਦਾਸ 'ਤੇ ਚਰਚਾ ਹੁੰਦੀ ਹੈ, ਕਦੇ ਕਬੀਰ ਸਾਹਿਬ 'ਤੇ ਚਰਚਾ ਹੁੰਦੀ ਹੈ, ਕਦੇ ਭਗਵਾਨ ਵਾਲਮੀਕ 'ਤੇ ਚਰਚਾ ਹੁੰਦੀ ਹੈ, ਕਦੇ ਕਿਸੇ ਦੂਸਰੇ ਮਹਾਂਪੁਰਖ 'ਤੇ ਚਰਚਾ ਹੁੰਦੀ ਹੈ। ਇਹ ਵਿਦਵਾਨਾਂ ਦਾ ਕੰਮ ਹੁੰਦਾ ਹੈ ਔਰ ਕੋਈ ਵਿਦਵਾਨ ਕਿਸੇ ਗੱਲ ਨੂੰ ਪਸੰਦ ਕਰਦਾ, ਕੋਈ ਨਹੀਂ ਕਰਦਾ। ਜਿਵੇਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਗਵਾਨ ਵਾਲਮੀਕ ਦੀ ਲਿਖੀ ਹੋਈ ਜਿਹੜੀ ਰਮਾਇਣ ਹੈ,
ਇਹਦਾ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ 'ਚ ਜਾਣੀ ਇਹਦੀ ਪਹਿਲਾਂ ਪ੍ਰਦਰਸ਼ਨੀ ਜਿਹੜੀ ਕੀਤੀ ਉਹ ਮੈਂ ਅੱਜ ਤੋਂ ਕਰੀਬ 30-32 ਸਾਲ ਪਹਿਲਾਂ ਭਾਈ ਰੂਪਾ 'ਚ ਕੀਤੀ। ਇਹ ਪਹਿਲਾ ਕਾਂਡ ਸੀ ਕਿ ਜਦੋਂ ਮੈਂ ਮੇਜ਼ ਦੇ ਉੱਤੇ ਭਾਸ਼ਾ ਵਿਭਾਗ ਪੰਜਾਬ ਦੀ ਜਿਹੜੀ ਵਾਲਮੀਕ ਰਮਾਇਣ ਉਹਨੂੰ ਰੱਖ ਕੇ ਉਹਦੇ 'ਤੇ 3 ਘੰਟੇ ਤੋਂ ਜ਼ਿਆਦਾ ਚਰਚਾ ਕੀਤੀ। ਜਾਣੀ ਇਹ ਇਤਿਹਾਸਕ ਕਾਂਡ ਜਿਹੜਾ ਉਹ ਸਦੀਆਂ ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਵਿੱਚ ਅੱਜ ਤੋਂ 30-32 ਸਾਲ ਪਹਿਲਾਂ ਪਿੰਡ ਭਾਈ ਰੂਪਾ ਬਠਿੰਡਾ ਦੇ ਹਜ਼ਾਰਾਂ ਲੋਕਾਂ 'ਚ ਮੈਂ ਬੋਲਿਆ ਔਰ ਉਹਨਾਂ ਨੂੰ ਦੱਸਿਆ। ਔਰ ਮੇਰੀ ਮੇਜ਼ ਦੇ ਉੱਤੇ 3 ਸੈਂਚੀਆਂ ਵਾਲਮੀਕ ਰਮਾਇਣ ਦੀਆਂ ਪਈਆਂ ਸੀ ਜਿਨ੍ਹਾਂ 'ਤੇ ਮੈਂ ਬਹੁਤ ਚਰਚਾ ਕੀਤੀ। ਔਰ ਇਹ ਪਹਿਲੀ ਵਾਰ ਸੀ ਕਿ ਲੋਕਾਂ ਨੂੰ ਵਾਲਮੀਕ ਰਮਾਇਣ ਦਾ ਪਤਾ ਲੱਗਿਆ ਔਰ ਉਹਨਾਂ ਨੇ ਲੋਕਾਂ ਨੇ ਮੇਰੇ ਹੱਥ 'ਚ ਉਹਨੂੰ ਦੇਖਿਆ। ਉਸ ਤੋਂ ਬਾਅਦ 83-84 ਦੇ ਵਿੱਚ ਹੀ ਸਾਡੇ ਆਪਣੇ ਲੋਕਾਂ ਨੇ ਮੇਰੇ ਤੇ ਕਈ ਕੇਸ ਦਰਜ ਕਰਾਏ ਵਾਲਮੀਕ ਰਮਾਇਣ ਦੇ ਮਾਮਲੇ 'ਚ। ਔਰ ਉਹ ਕੇਸ ਜਦੋਂ ਉਹਨਾਂ ਦੀ ਪੁਣਛਾਣ ਕੀਤੀ ਪੁਲਿਸ ਨੇ, ਪੜਤਾਲ ਕੀਤੀ, ਮੈਂ ਵਾਲਮੀਕ ਰਮਾਇਣ ਜਿਹੜੀ ਉਹਨਾਂ ਦੇ ਸਾਹਮਣੇ ਰੱਖੀ ਜਿਹੜੀ ਪੰਜਾਬ ਸਰਕਾਰ ਦੀ ਛਾਪੀ ਹੋਈ ਆ ਪੰਜਾਬੀ 'ਚ, ਤਾਂ ਉਹ ਲੋਕ ਵੀ ਪੁਲਿਸ ਵਾਲੇ ਵੀ ਇਸ ਗੱਲ 'ਤੇ ਹੈਰਾਨ ਹੋਏ ਕਿਉਂਕਿ ਉਹ ਵੀ ਪਹਿਲੀ ਵਾਰ ਵੇਖ ਰਹੇ ਸੀ ਇਹ ਸਾਰਾ ਕੁਝ। ਔਰ ਉਹਨਾਂ ਨੇ ਪੜਤਾਲ ਉਪਰੰਤ ਰਿਪੋਰਟ ਦਿੱਤੀ ਕਿ ਮੇਰਾ ਕੋਈ ਇਹਦੇ 'ਚ ਕੋਈ ਅਪਮਾਨਜਨਕ ਗੱਲ ਨਹੀਂ ਹੈ ਮੇਰੇ ਵੱਲੋਂ ਕੋਈ ਇਹਦੇ 'ਚ, ਕਿਉਂਕਿ ਮੈਂ ਜੋ ਕਹਿ ਰਿਹਾ ਸੀਗਾ ਉਹ ਵਾਲਮੀਕ ਰਮਾਇਣ ਦੇ ਵਿੱਚ ਦਰਜ ਸੀ। ਮੈਂ ਤਾਂ ਸਿਰਫ ਦੱਸ ਰਿਹਾ ਸੀ ਕਿ ਇਹ ਗ੍ਰੰਥ ਜਿਹੜਾ ਹੈ ਇਹਦੇ 'ਚ ਇਹ ਚੀਜ਼ਾਂ ਦਰਜ ਹੈ। ਔਰ ਉਹਦੇ ਤੋਂ ਮੈਂ 30-40 ਸਫ਼ੇ ਵਿਸ਼ੇਸ਼ ਤੌਰ 'ਤੇ ਕੱਢ ਕੇ ਭਾਰਤੀ ਲੋਕ ਨੀਚ ਕਿਵੇਂ ਬਣੇ 'ਚ ਵੀ ਦਰਜ ਕੀਤੇ ਆ। ਔਰ ਵਾਲਮੀਕ ਰਮਾਇਣ ਦੇ ਉੱਤੇ ਮੈਂ ਘੱਟੋ ਘੱਟ ਦਰਜਨ ਕੇਡਰ ਕੈਂਪ ਲਏ ਹੋਣਗੇ ਪੂਰੇ ਪੰਜਾਬ 'ਚ, ਜਾਣੀ ਸਪੈਸ਼ਲੀ ਇਸੇ ਵਿਸ਼ੇ 'ਤੇ। ਔਰ ਉਸ ਤੋਂ ਬਾਅਦ ਜਦੋਂ ਵੀ ਮੈਂ ਕਿਤੇ ਵਾਲਮੀਕ ਮੰਦਿਰ 'ਚ ਗਿਆ ਹੈ ਤਾਂ ਮੈਂ ਹਰ ਜਗ੍ਹਾ 'ਤੇ ਇਹ ਸਵਾਲ ਕੀਤਾ, ਜਿਹੜੇ ਉੱਥੋਂ ਦੇ ਪ੍ਰਬੰਧਕ ਵਾਲਮੀਕੀ ਸਾਥੀ ਸੀ ਸਾਡੇ ਭਰਾ, ਕਿ ਕੀ ਤੁਸੀਂ ਕਦੇ ਵਾਲਮੀਕ ਰਮਾਇਣ ਵੇਖੀ ਹੈ? ਜਾਂ ਪਹਿਲਾ ਸਵਾਲ ਹੁੰਦਾ ਸੀ ਕਿ ਤੁਸੀਂ ਵਾਲਮੀਕ ਰਮਾਇਣ ਦਾ ਪ੍ਰਕਾਸ਼ ਕੀਤਾ ਹੋਇਆ ਜਾਂ ਕੋਈ ਹੋਰ ਕੀਤਾ ਹੈ? ਪੂਰੇ ਭਾਰਤ 'ਚ ਨਹੀਂ, ਮੈਂ ਪੂਰੇ ਦੁਨੀਆ ਦੇ 'ਚ ਜਿੱਥੇ ਵੀ ਗਿਆ, ਜੇ ਵਾਲਮੀਕ ਮੰਦਿਰ 'ਚ ਮੈਨੂੰ ਮੌਕਾ ਮਿਲਿਆ ਜਾਣ ਦਾ ਤਾਂ ਮੇਰਾ ਇਹੀ ਸਵਾਲ ਉਹਨਾਂ ਨੂੰ ਰਿਹਾ। ਔਰ ਮਿੱਤਰੋ, ਤੁਸੀਂ ਇਹ ਸੱਚ ਜਾਣਿਓ ਕਿ ਕਿਸੇ ਵੀ ਜਗ੍ਹਾ, ਇੱਕ ਵੀ ਜਗ੍ਹਾ 'ਤੇ ਵਾਲਮੀਕ ਰਮਾਇਣ ਤੁਹਾਨੂੰ ਮੰਦਿਰ 'ਚ ਨਹੀਂ ਮਿਲੇਗੀ। ਮੇਰੇ ਛੋਰ ਛਾਰ ਪਾਉਣ ਤੋਂ ਬਾਅਦ, ਸਵਾਲ ਪੁੱਛਣ ਤੋਂ ਬਾਅਦ, ਕੋਈ ਮਾੜੀ ਮੋਟੀ ਸ਼ਰਮ ਦੇਣ ਤੋਂ ਬਾਅਦ ਜੇ ਕਿਸੇ ਨੇ ਵਾਲਮੀਕ ਰਮਾਇਣ ਦਾ ਪਾਠ ਜਾਂ ਵਾਲਮੀਕ ਰਮਾਇਣ ਰੱਖ ਲਈ ਹੋਵੇ ਮੰਦਿਰ 'ਚ ਤਾਂ ਮੈਂ ਨਹੀਂ ਕਹਿ ਸਕਦਾ। ਪਰ ਮੇਰੇ 30 ਸਾਲ ਦੇ ਤਜਰਬੇ 'ਚ ਇਹ ਆਇਆ ਕਿ ਕਿਸੇ ਵੀ ਵਾਲਮੀਕ ਮੰਦਿਰ 'ਚ ਵਾਲਮੀਕ ਰਮਾਇਣ ਨਹੀਂ ਸੀ, ਸ਼ਾਇਦ ਅੱਜ ਵੀ ਨਾ ਹੋਵੇ। ਤਾਂ ਮੈਂ ਉਹਨਾਂ ਨੂੰ ਇਹ ਵੀ ਪੁੱਛਦਾ ਰਿਹਾ ਕਿ ਕੀ ਤੁਸੀਂ ਵਾਲਮੀਕ ਰਮਾਇਣ ਵੇਖੀ ਹੈ? ਜਾਣੀ 100 ਦੇ 100% ਲੋਕਾਂ ਨੇ ਇਹ ਕਿਹਾ ਕਿ ਅਸੀਂ ਕਦੇ ਵਾਲਮੀਕ ਰਮਾਇਣ ਨਹੀਂ ਵੇਖੀ। ਔਰ ਬਾਮਸੇਵ ਦੇ ਹਜ਼ਾਰਾਂ ਆਦਮੀਆਂ ਨੂੰ ਪਤਾ ਹੈ ਕਿ ਵਾਲਮੀਕ ਰਮਾਇਣ ਕੀ ਹੈ। ਵਾਲਮੀਕ ਰਮਾਇਣ ਦਾ ਜਿਹੜਾ ਸੱਚ ਹੈ ਉਹ ਵਾਮਸੇਵ ਨੇ ਅੱਗੇ ਲਿਆਂਦਾ। ਮੈਂ ਇਹਦੇ ਤੇ ਇੱਕ ਗੱਲ ਹੋਰ ਵੀ ਕਹਿ ਦੇਣੀ ਚਾਹੁੰਦਾ ਹਾਂ ਕਿ ਇਹ ਸੱਚ ਲਿਆਉਣ ਦਾ ਇੱਕ ਕਾਰਨ ਬਹੁਤ ਵੱਡਾ ਸੀ। ਭਾਰਤ ਅੰਦਰ ਹਿੰਦੂ ਜਥੇਬੰਦੀਆਂ, ਜਿੰਨੇ ਵੀ ਦਲਿਤ
ਪਛੜੇ ਲੋਕ ਬ੍ਰਾਹਮਣੀ ਵਿਵਸਥਾ ਔਰ ਉਸ ਦੇ ਧਰਮ ਗ੍ਰੰਥਾਂ ਦੇ ਮਾਮਲੇ 'ਚ ਕੋਈ ਚਰਚਾ ਕਰਦੇ ਜਾਂ ਉਹਨਾਂ ਦੇ ਵਿੱਚ ਲਿਖੀਆਂ ਗੱਲਾਂ ਨੂੰ ਬਾਹਰ ਕੱਢਦੇ ਤਾਂ ਪੂਰੇ ਦੇਸ਼ 'ਚ ਉਹਨਾਂ ਦੇ ਉੱਤੇ ਕੇਸ ਦਰਜ ਹੁੰਦੇ, ਖਾਸ ਕਰਕੇ ਰਾਮ ਚੰਦਰ ਦੇ ਮਾਮਲੇ 'ਚ, ਕਿਉਂਕਿ ਇਹ ਰਾਮ ਚੰਦਰ ਦੀ ਕਹਾਣੀ ਹੈ। ਇਹਦੇ 'ਚ ਸੀਤਾ ਦੀ ਕਹਾਣੀ ਹੈ, ਲਛਮਣ ਦੀ ਜਾਂ ਰਾਵਣ ਨੂੰ ਮਾਰ ਦੇਣ ਦੀ ਕਹਾਣੀ ਹੈ, ਬਾਲੀ ਨੂੰ ਮਾਰ ਦੇਣ ਦੀ ਕਹਾਣੀ ਹੈ, ਬ੍ਰਾਹਮਣਾਂ ਦੀ ਕਹਾਣੀ ਹੈ। ਔਰ ਬੜੇ ਵੱਡੇ ਤੱਥ ਉਹਦੇ 'ਚ, ਅਸੀਂ ਇਸ ਗੱਲ 'ਚ ਨਹੀਂ ਜਾਣਦੇ ਕਿ ਇਹ ਸੱਚਾਈ ਹੈ, ਇਤਿਹਾਸਕ ਹੈ ਜਾਂ ਇਹ ਕਲਪਤ ਹੈ। ਇਸ ਗੱਲ ਨੂੰ ਛੱਡ ਦਿਓ, ਸਿਰਫ ਇਹ ਦੇਖੋ ਕਿ ਸਾਡੇ ਜੀਵਨ 'ਚ ਇਹਦਾ ਅਸਰ ਕੀ ਹੈ। ਤਾਂ ਜਦੋਂ ਵੱਡੇ ਵੱਡੇ ਕੇਸ ਦਰਜ ਹੋਏ, ਈਵਨ ਪੈਰੀਆਰ ਰਾਮਾਸਵਾਮੀ ਨਾਇਕਰ ਜੋ ਸਾਡੇ ਮਹਾਂਪੁਰਖ ਹੈ, ਜਿਨ੍ਹਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਇਸ ਦੇਸ਼ ਦੇ ਮੂਲ ਵਾਸੀਆਂ ਵਾਸਤੇ, ਜੀਵਨ ਭਰ ਬਾਬਾ ਸਾਹਿਬ ਨਾਲ ਮਿਲ ਕੇ ਸੰਘਰਸ਼ ਕੀਤਾ, ਉਹਦੇ ਤੇ ਵੀ ਕੇਸ ਦਰਜ ਹੋਇਆ। ਜਾਣੀ ਉਹਨਾਂ ਤੇ ਵੀ ਰਮਾਇਣ ਦੇ ਮਾਮਲੇ 'ਚ ਕੇਸ ਦਰਜ ਹੋਇਆ, ਕਿਉਂਕਿ ਉਹਨਾਂ ਨੇ ਸਾਚੀ ਰਮਾਇਣ ਲਿਖੀ ਵਾਲਮੀਕ ਰਮਾਇਣ ਦੇ ਆਧਾਰ ਤੇ, ਔਰ ਉਹ ਜਿੱਤੇ, ਸੁਪਰੀਮ ਕੋਰਟ ਤੱਕ ਜਿੱਤੇ ਉਹ ਕੇਸ। ਇਸੇ ਤਰ੍ਹਾਂ ਮੇਰੇ ਕੇਸ ਜਿਹੜੇ ਮੇਰੇ ਤੇ ਕੀਤੇ ਗਏ, ਉਹ ਹੋ ਸਕਦਾ ਪੰਜਾਬ ਦੇ ਮੇਰੇ ਭਰਾਵਾਂ ਨੇ ਮੇਰੇ ਤੇ ਕਰਵਾਏ ਹੋਣ, ਕਿਉਂਕਿ ਲਿਖੀ ਵਰਨ ਤਾਂ ਹੁੰਦੇ ਨਹੀਂ ਹੈ। ਔਰ ਉਸ ਤੋਂ ਪਹਿਲਾਂ ਮੈਨੂੰ ਚਿੱਠੀ ਵੀ ਆਈ, ਕੁਝ ਸਾਡੇ ਮਿੱਤਰਾਂ ਦੀ ਚਿੱਠੀ ਵੀ ਆਈ ਕਿ ਅਸੀਂ ਤੁਹਾਡੇ ਤੇ ਕੇਸ ਦਰਜ ਕਰਾਵਾਂਗੇ। ਔਰ ਹੋ ਸਕਦਾ ਕਿ ਉਹਨਾਂ ਨੇ ਇਹ ਕੰਮ ਕੀਤਾ ਹੋਵੇ, ਪਰ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਉਸ ਕੇਸ ਨੂੰ ਅੱਗੇ ਨਹੀਂ ਤੋਰਿਆ। ਅਦਾਲਤ ਨੇ ਉਸ ਕੇਸ ਨੂੰ ਖਾਰਜ ਕੀਤਾ, ਚਲਾਉਣ ਤੋਂ ਪਹਿਲਾਂ ਹੀ ਉਹਨੂੰ ਉਹਦੇ 'ਚੋਂ ਕੋਈ ਗੱਲ ਉਹਨੂੰ ਨਹੀਂ ਲੱਭੀ। ਤਾਂ ਮੈਂ ਇਹ ਗੱਲ ਜਿਹੜੀ ਕਹਿ ਰਿਹਾ ਸੀ ਕਿ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਰਮਾਇਣ ਦੇ ਮਾਮਲੇ 'ਚ ਕੇਸ ਦਰਜ ਹੋਏ, ਉਹ ਸਾਰੇ ਵਾਲਮੀਕ ਰਮਾਇਣ ਦੇ ਆਧਾਰ ਤੇ ਖਾਰਜ ਹੋਏ, ਸਾਰੇ ਦੇ ਸਾਰੇ। ਇਹ ਖਾਸ ਗੱਲ ਨੋਟ ਕਰਨ ਵਾਲੀ ਹੈ। ਵਾਲਮੀਕ ਰਮਾਇਣ ਦੇ ਵਿੱਚ ਐਡਾ ਵੱਡਾ ਸੱਚ ਲਿਖਿਆ ਹੋਇਆ, ਤੁਸੀਂ ਇਸ ਗੱਲ ਨੂੰ ਕਲਪਤ ਮੰਨੋ ਜਾਂ ਇਸ ਗੱਲ ਨੂੰ ਇਤਿਹਾਸਕ ਮੰਨੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਕਿਸੇ ਕਥਾ ਦਾ, ਕਿਸੇ ਕਹਾਣੀ ਦਾ ਕਰੋੜਾਂ ਕਰੋੜਾਂ ਲੋਕਾਂ ਦੇ ਜੀਵਨ 'ਤੇ ਸਿੱਧਾ ਅਸਰ ਹੋ ਜਾਏ, ਤਾਂ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਲਪਤ ਗੱਲ ਹੈ ਜਾਂ ਇਤਿਹਾਸਕ ਗੱਲ ਹੈ। ਤਾਂ ਜਿੰਨੇ ਵੀ ਕੇਸ ਪੂਰੇ ਭਾਰਤ 'ਚ ਦਰਜ ਹੋਏ, ਉਹਨਾਂ 'ਚੋਂ ਬਹੁ ਗਿਣਤੀ ਇਸੇ ਰਮਾਇਣ ਕਥਾ ਦੇ ਉੱਤੇ ਹੋਏ, ਔਰ ਉਹ ਸਾਰੇ ਦੇ ਸਾਰੇ ਖਾਰਜ ਹੋ ਗਏ। ਸੁਪਰੀਮ ਕੋਰਟ ਤੱਕ ਉਹ ਖਾਰਜ ਹੋਏ, ਹਾਈ ਕੋਰਟਾਂ 'ਚ ਖਾਰਜ ਹੋਏ, ਛੋਟੀਆਂ ਅਦਾਲਤਾਂ 'ਚ ਵੀ ਖਾਰਜ ਹੋਏ। ਬਹੁਤ ਘੱਟ ਕਿਸੇ ਨੂੰ ਕੋਈ ਖਾਸ ਗੱਲ 'ਤੇ ਆ ਕੇ ਹੋ ਸਕਦਾ ਕਿਸੇ ਨੂੰ ਕੋਈ ਮੁਸ਼ਕਲ ਆਈ ਹੋਵੇ, ਨਹੀਂ ਤਾਂ ਕਦੇ ਕਿਸੇ ਨੂੰ ਮੁਸ਼ਕਲ ਨਹੀਂ ਆਈ। ਤਾਂ ਮੈਂ ਆਪਣੇ ਭਰਾਵਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ, ਜਿਨ੍ਹਾਂ ਦੀ ਪੋਸਟ ਮੈਂ ਪੜ੍ਹ ਰਿਹਾ ਕਿ ਉਹ ਇਕੱਠੇ ਹੋਣਗੇ DC ਦਫ਼ਤਰ 'ਚ, ਉਹ ਆਪਣੇ ਲੈਟਰ ਪੈਡ ਲੈ ਕੇ ਆਉਣਗੇ, ਉਹ ਲੈਟਰ ਪੈਡਾਂ 'ਤੇ ਲਿਖ ਕੇ ਅਦਾਲਤ 'ਚ ਜਾਣੀ ਡਿਪਟੀ ਕਮਿਸ਼ਨਰ ਨੂੰ ਦੇਣਗੇ, ਤਾਂ ਕਿ ਵਾਮ ਸੇਫ ਆ ਜਿਹੜੀ ਉਹ ਕੰਮ ਨਾ ਕਰ ਸਕੇ। ਇਹ ਇੱਕ ਬਹੁਤ ਵੱਡਾ ਵਿਰੋਧ ਹੈ, ਖਤਰਨਾਕ ਵਿਰੋਧ ਹੈ, ਜਾਣੀ ਭਰਾ ਦਾ ਭਰਾ ਨਾਲ ਵਿਰੋਧ। ਜਦੋਂ ਭਰਾ ਭਰਾ ਨਾਲ ਲੜਦਾ ਰਹੇਗਾ ਤਾਂ ਰਾਵਣ ਮਾਰਿਆ ਜਾਏਗਾ, ਲੰਕਾ ਲੁੱਟੀ ਜਾਏਗੀ। ਤੇ ਉਹ ਲੋਕ, ਜਾਣੀ ਸਾਡੇ ਉਹ ਲੋਕ ਜਿਨ੍ਹਾਂ ਨੂੰ ਬ੍ਰਾਹਮਣੀ ਵਿਵਸਥਾ ਨੇ ਸਭ ਤੋਂ ਥੱਲੇ ਲਿਆ ਕੇ ਖੜਾ ਕੀਤਾ ਤੇ ਹਜ਼ਾਰਾਂ ਸਾਲ ਆਪਣੀ ਗੰਦਗੀ ਚੁਕਾਈ ਉਹਨਾਂ ਦੇ ਮੋਢਿਆਂ ਤੇ ਰੱਖ ਕੇ, ਉਹਨਾਂ ਦਾ ਤਾਂ ਸਵਾਲ ਹੀ ਬਹੁਤ ਵੱਡਾ ਹੈ। ਉਹਨਾਂ ਵਾਸਤੇ ਤਾਂ ਬਹੁਤ ਵੱਡਾ ਸਵਾਲ ਹੈ। ਮੈਂ ਆਪਣੇ ਕਸਬੇ 'ਚ ਪਹਿਲੀ ਵਾਰ ਆ ਕੇ, ਪਿੰਡ ਤੋਂ ਪਹਿਲੀ ਵਾਰ ਆ ਕੇ ਮੈਂ ਦੇਖਿਆ ਕਿ ਮੇਰੇ ਕਸਬੇ ਦੇ ਵਿੱਚ ਨਹੀਂ, ਜਿੱਥੇ ਜਿੱਥੇ ਵੀ ਮੈਂ ਸ਼ਹਿਰਾਂ 'ਚ ਰਿਹਾ ਪੰਜਾਬ ਦਿਆਂ 'ਚ, ਤਾਂ ਉੱਥੇ ਸਾਡੀਆਂ ਔਰਤਾਂ, ਸਾਡੀਆਂ ਬੱਚੀਆਂ, ਸਾਡੀਆਂ ਬਹੂਆਂ, ਸਾਡੀਆਂ ਭੈਣਾਂ ਸਵੇਰੇ ਤੜਕੇ ਉੱਠਦੀਆਂ ਹੈ,
ਔਰ ਪੀਪਾ ਝਾੜੂ ਲੈ ਕੇ ਪਨਾਲਾ ਲੈ ਕੇ ਉਹ ਲੋਕਾਂ ਦੀ ਗੰਦਗੀ ਢੋਂਦੀਆਂ ਰਹਿੰਦੀਆਂ ਦੁਪਹਿਰ ਤੱਕ। ਇਹ ਹੁਣ ਜਿਹੜਾ ਘਟ ਰਿਹਾ ਹੈ, ਕਿਉਂਕਿ ਸੀਵਰ ਸਿਸਟਮ ਕਰਕੇ ਇਹ ਘਟ ਰਿਹਾ, ਪਰ ਇਹ ਇਕੱਲਾ ਪੰਜਾਬ 'ਚ ਜਾਂ ਹੋਰ ਕੁਝ ਸੂਬਿਆਂ 'ਚ ਹੋ ਸਕਦਾ ਹੈ, ਇਹ ਸਾਰੇ ਦੇਸ਼ 'ਚ ਨਹੀਂ ਹੈ। ਸਾਰੇ ਦੇਸ਼ 'ਚ ਅੱਜ ਵੀ ਗੰਦਗੀ ਜਿਹੜੀ ਆ ਉਸੇ ਤਰ੍ਹਾਂ ਚੱਕੀ ਜਾਂਦੀ ਹੈ, ਔਰ ਉਹਦੀਆਂ ਤਸਵੀਰਾਂ ਬਹੁਤ ਵਾਰ ਮੇਰੇ ਕੋਲੇ ਹੁਣ ਵੀ ਇੱਕ ਬਹੁਤ ਵੱਡੀ ਪੋਸਟ ਹੈ ਜਿਹਦੇ ਵਿੱਚ ਗੰਦਗੀ ਚੁੱਕਦੇ ਸਾਡੇ ਲੋਕਾਂ ਦੀ ਕਹਾਣੀ ਦਿਖਾਈ ਗਈ ਹੈ, ਮੂਲ ਰੂਪ 'ਚ, ਅਸਲੀ ਰੂਪ 'ਚ ਦਿਖਾਈ ਗਈ ਹੈ। ਤਾਂ ਸਾਡੀ ਲੜਾਈ ਤਾਂ ਅਸਲ ਲੜਾਈ ਸਾਡੀ ਜਿਹੜੀ ਹੈ ਉਸ ਵਿਵਸਥਾ ਦੇ ਖਿਲਾਫ ਹੈ, ਜਾਤੀ ਵਿਵਸਥਾ ਦੇ ਖਿਲਾਫ, ਜਿਹਨੇ ਸਾਨੂੰ ਲਿਆ ਕੇ ਥੱਲੇ ਗੰਦਗੀ ਦੇ ਵਿੱਚ ਸੁੱਟਤਾ ਲਿਆ ਕੇ। ਤਾਂ ਮੈਂ ਆਪਣੇ ਇਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਇਹ ਕਿਹਾ ਕਿ ਆਓ ਇਕੱਠੇ ਹੋ ਕੇ ਆਓ, ਲੈਟਰ ਪੈਡ ਲੈ ਕੇ ਆਓ, ਆਪਾਂ ਬਾਮ ਸੇਫ ਨੂੰ ਨਹੀਂ ਚੱਲਣ ਦੇਣਾ, ਅਸੀਂ ਉਹਦੇ ਖਿਲਾਫ ਮੁਕੱਦਮੇ ਦਰਜ ਕਰਾਉਣੇ ਆ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜ਼ਿੰਦਗੀ ਦਾ ਸੱਚ ਪਹਿਲਾਂ ਸਮਝੋ, ਪਹਿਲਾਂ ਇਹ ਸੋਚੋ ਕਿ ਸਾਡੇ ਨਾਲ ਕੀ ਬੀਤਿਆ। ਹਜ਼ਾਰਾਂ ਸਾਲਾਂ 'ਚ ਕਿਸੇ ਦੇਵੀ ਦੇਵਤਾ ਕਰਕੇ ਜਾਂ ਭਗਵਾਨ ਕਰਕੇ ਸਾਡਾ ਖਹਿੜਾ ਨਹੀਂ ਛੁੱਟਿਆ। ਇਹ ਮੰਨ ਕੇ ਚੱਲੋ ਕਿ ਕਿਸੇ ਦੇਵੀ ਦੇਵਤਾ ਨੇ ਜਾਂ ਕਿਸੇ ਭਗਵਾਨ ਨੇ ਸਾਡਾ ਗੰਦਗੀ ਤੋਂ ਖਹਿੜਾ ਨਹੀਂ ਛਡਾਇਆ, ਸਾਡਾ ਨੀਚਪੁਣੇ ਤੋਂ ਖਹਿੜਾ ਨਹੀਂ ਛਡਾਇਆ, ਸਾਡਾ ਜਾਤੀ ਤੋਂ ਖਹਿੜਾ ਨਹੀਂ ਛਡਾਇਆ, ਸਾਨੂੰ ਬੰਦੇ ਹੀ ਨਹੀਂ ਬਣਨ ਦਿੱਤਾ। ਇਹ ਵਾਮਸੇਵ ਦੇ ਖਿਲਾਫ ਲੜਾਈ ਜਿਹੜੀ ਹੈ, ਮੇਰਾ ਖਿਆਲ ਹੈ ਇਹ ਬਹੁਤ ਬੇਵਜ੍ਹਾ ਲੜਾਈ ਹੈ ਕਿ ਉਸ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੇ 30 ਸਾਲ 'ਚ ਭਾਰਤ ਦੇ ਇਤਿਹਾਸ ਨੂੰ ਸੱਚ ਕਰ ਵਿਖਾਇਆ ਤੇ ਜਿਹੜਾ ਝੂਠ ਸੀ ਸਾਰਾ ਉਹਨੂੰ ਲਿਆ ਕੇ ਚਰਾਹੇ 'ਚ ਰੱਖਤਾ। ਅਗਰ ਅਸੀਂ ਉਹਦੇ ਖਿਲਾਫ ਹੀ ਖੜੇ ਹੋ ਜਾਵਾਂਗੇ ਤਾਂ ਅਸੀਂ ਜਿੱਤਾਂਗੇ ਕਿਵੇਂ, ਅਸੀਂ ਬਰਾਬਰ ਹੋਵਾਂਗੇ ਕਿਵੇਂ, ਸਾਡੇ ਸਿਰਾਂ ਤੋਂ ਪੀਪੇ ਲੈਣਗੇ ਕਿਵੇਂ? ਇਹ ਹੈ ਸਾਡਾ ਸਵਾਲ ਜਿਹੜਾ ਸਾਡੇ ਸਾਹਮਣੇ ਖੜਾ ਹੈ। ਅਸੀਂ ਉਮਰਾਂ ਤੋਂ, ਸਦੀਆਂ ਤੋਂ ਗੰਦਗੀ ਚੁੱਕਦੇ ਆ ਰਹੇ ਹਾਂ। ਅਸੀਂ ਪਿੰਡਾਂ 'ਚ ਵੀ ਗੰਦਗੀ ਚੁੱਕਦੇ ਹਾਂ, ਸ਼ਹਿਰਾਂ 'ਚ ਵੀ ਗੰਦਗੀ ਚੁੱਕਦੇ ਹਾਂ, ਔਰ ਅਸੀਂ ਗੁਲਾਮੀ ਕਰਦੇ ਹਾਂ। ਔਰ ਉਸ ਗੁਲਾਮੀ ਤੋਂ ਖਹਿੜਾ ਛਡਾਉਣ ਵਾਸਤੇ ਵਾਮਸੇਫ ਇੱਕ ਭਾਰਤ ਪੱਧਰ ਦਾ ਨਹੀਂ, ਦੁਨੀਆ ਪੱਧਰ ਦਾ ਸੰਗਠਨ ਹੈ। ਉਹ ਚਾਹੇ ਮੇਸ਼ਰਾਮ ਜੀ ਲੜ ਰਹੇ ਹੋਣ, ਚਾਹੇ ਉਹ ਆਪਣੇ ਬੋਰਕਰ ਹੁਣੀ ਲੜ ਰਹੇ ਹੋਣ, ਚਾਹੇ ਗੰਗਾ ਬਣੇ ਲੜ ਰਿਹਾ ਹੋਵੇ, ਚਾਹੇ ਉਹ ਤਾਰਾ ਰਾਮ ਮੀਣਾ ਜੀ, ਸੁਬਚਨ ਰਾਮ ਜੀ ਲੜ ਰਹੇ ਹੋਣ, ਚਾਹੇ ਮੈਂ ਲੜ ਰਿਹਾ ਹੋਵਾਂ, ਚਾਹੇ ਜਿਹੜੇ ਪੰਜਾਬ ਦੇ ਸਭ ਤੋਂ ਪਹਿਲੇ ਵਾਮਸੇਫ ਦੇ ਪ੍ਰਧਾਨ ਜਿਹੜੇ ਮੁਖੀ ਸੀ ਉਹ ਲੜ ਰਹੇ ਹੋਣ, ਤੇਜਿੰਦਰ ਸਿੰਘ ਚੱਲੀ ਦੀ ਮੈਂ ਗੱਲ ਕਰ ਰਿਹਾ ਹਾਂ। ਇਹ ਸਾਰੇ ਲੋਕ ਕੌਣ ਸੀ? ਇਹ ਵੀ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਲੋਕ ਛੋਟੀਆਂ ਜਾਤਾਂ ਦੇ ਲੋਕ ਹੈ, ਸਾਰੇ ਦੇ ਸਾਰੇ। ਔਰ ਜਿਨ੍ਹਾਂ ਨੇ ਵਾਮਸੇਫ ਬਣਾਈ ਮਿੱਤਰੋ, ਇਹ ਜਿਹੜੇ ਤੁਸੀਂ ਜਿਨ੍ਹਾਂ ਨੇ ਇਕੱਠੇ ਹੋਣਾ, ਜਿਨ੍ਹਾਂ ਨੇ ਆਪਣਾ ਲੈਟਰ ਪੈਡ 'ਤੇ ਲਿਖ ਕੇ ਦੇਣਾ, ਉਹਨਾਂ ਨੂੰ ਮੈਂ ਦੱਸ ਰਿਹਾ ਕਿ ਜਦੋਂ ਵਾਮਸੇਫ ਬਣੀ ਹੈ 74-75 ਦੀਆਂ ਗੱਲਾਂ ਹੈ, 76 ਦੀਆਂ, ਤਾਂ ਉਹਨਾਂ ਦੇ ਵਿੱਚ ਇੱਕ ਆਦਮੀ ਦੀਨਾ ਭਾਨਾ ਜੀ ਸੀ, ਉਹ ਵਾਲਮੀਕ ਸੀ। ਇਹ ਵਾਮਸੇਵ ਉਹਨਾਂ ਦੇ ਕਰਕੇ ਬਣੀ ਹੈ। ਦੂਜੇ ਕਾਂਸ਼ੀਰਾਮ ਜੀ ਸੀ, ਚਮਾਰ ਸੀ ਪੰਜਾਬ ਦੇ, ਔਰ ਤੀਜੇ ਡੀਕੇ ਖਾਪੜਲੇ ਸੀ ਜਿਹੜੇ ਮਹਾਰ ਸੀ ਮਹਾਰਾਸ਼ਟਰ ਦੇ, ਔਰ ਦੀਨਾ ਭਾਨਾ ਜੀ ਵਾਲਮੀਕੀ ਸੀ ਇੱਥੋਂ ਦੇ ਰਾਜਸਥਾਨ ਦੇ। ਔਰ ਵਾਮਸੇਵ ਤੋਂ ਬਣਨ ਤੋਂ ਪਹਿਲਾਂ ਮਸਲਾ ਜਿਹੜਾ ਉੱਠਿਆ ਉਹ ਦੀਨਾ ਭਾਨਾ ਜੀ ਦਾ ਮਸਲਾ ਸੀ। ਇਹ ਉਹਨਾਂ ਦੇ ਖਿਲਾਫ ਕੋਈ ਦਫ਼ਤਰੀ ਜ਼ਬਰ ਕੀਤਾ ਗਿਆ, ਜਾਣੀ ਇੱਕ ਜ਼ੁਲਮ ਕੀਤਾ ਗਿਆ ਸੀ, ਜਿਹਦੇ ਵਿੱਚ 3 ਭਰਾ ਇਕੱਠੇ ਹੋਏ, ਇੱਕ ਚਮਾਰ, ਇੱਕ ਮਹਾਰ ਔਰ ਇੱਕ ਦੀਨਾ ਭਾਨਾ ਜੀ ਵਾਲਮੀਕੀ। ਅੱਜ ਮੈਂ ਵਾਲਮੀਕੀ ਸ਼ਬਦ ਵਰਤ ਰਿਹਾ ਕਿਉਂਕਿ ਲੋਕਾਂ ਨੂੰ ਇਹ ਚੰਗਾ ਲੱਗਦਾ ਹੈ, ਨਹੀਂ ਤਾਂ ਇਹ ਸ਼ਬਦ ਆ ਜਿਹੜਾ ਇਹ ਮੇਰਠ ਦੇ ਇੱਕ ਬ੍ਰਾਹਮਣ ਨੇ ਦਿੱਤਾ ਹੋਇਆ, ਔਰ ਉਹਦਾ ਇਤਿਹਾਸ ਸਾਡੇ ਕੋਲ ਸਾਰਾ
ਪੂਰੇ ਦਾ ਪੂਰਾ ਇਤਿਹਾਸ ਉਹਦਾ, ਕਦੋਂ ਉਹਨੇ ਦਿੱਤਾ, ਕਿਵੇਂ ਦਿੱਤਾ, ਕਿਉਂ ਦਿੱਤਾ, ਇਹਦਾ ਇਤਿਹਾਸ ਸਾਡੇ ਕੋਲੇ ਬਕਾਇਦਾ ਹੈਗਾ। ਹੁਣ ਸਵਾਲ ਇਸ ਗੱਲ ਦਾ ਆ ਗਿਆ ਕਿ ਜਿਹੜੀ ਬਾਮਸੇਫ ਇੱਕ ਵਾਲਮੀਕੀ ਦੇ ਕਰਕੇ ਹੀ ਬਣੀ। ਸਾਡੇ ਬਜ਼ੁਰਗ ਅੱਜ ਉਹ ਹੈ ਨਹੀਂ, ਅਗਰ ਹੁੰਦੇ ਤਾਂ ਮੈਂ ਤੁਰੰਤ ਉਹਨਾਂ ਨੂੰ ਫੋਨ ਕਰਦਾ, ਹੁਣੇ ਫੋਨ ਕਰਦਾ ਕਿ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨ ਵਾਲੀ ਹੈ। ਅੱਜ ਉਹ ਸਾਡੇ ਕੋਲ ਨਹੀਂ ਹੈ। ਡੀਕੇ ਖਾਪੜੇ ਵੀ ਸਾਡੇ ਕੋਲ ਨਹੀਂ ਹੈ, ਕਾਂਸ਼ੀ ਰਾਮ ਜੀ ਸਾਡੇ ਕੋਲ ਨਹੀਂ ਹੈ, ਪਰ ਬਾਮਸੇਫ ਦੇ ਲੱਖਾਂ ਆਦਮੀ ਹੈ ਪੂਰੇ ਭਾਰਤ 'ਚ ਔਰ ਪੂਰੀ ਦੁਨੀਆ 'ਚ ਫੈਲੇ ਹੋਏ ਆ। ਉਹ ਲੜਾਈ ਕਾਹਦੀ ਲੜ ਰਿਹਾ? ਗੁਲਾਮੀ ਦਾ ਪੀਪਾ ਲਾਉਣ ਵਾਸਤੇ ਲੜ ਰਹੇ ਆ, ਗੰਦਗੀ ਦਾ ਪੀਪਾ ਆਪਣੇ ਮੋਢਿਆਂ ਤੋਂ ਲਾਉਣ ਵਾਸਤੇ ਲੜ ਰਹੇ ਆ। ਔਰ ਮੈਂ ਸ਼ਾਇਦ ਕਦੇ ਪੁੱਛਿਆ ਨਹੀਂ, ਅਸੀਂ ਬਹੁਤ ਲੰਬਾ ਅਰਸਾ ਇਕੱਠੇ ਕੰਮ ਕਰਦੇ ਰਹੇ ਹਾਂ। ਮੇਸ਼ਰਾਮ ਜੀ ਬਾਮਸੇਫ ਹੈ ਜਾਂ ਦੂਜੀ ਕੋਈ ਹੋਰ ਬਾਮਸੇਫ ਹੈ, ਮੇਰੇ ਨਾਲ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਮੈਂ ਕਦੇ ਪੁੱਛਿਆ ਨਹੀਂ ਕਿ ਉਸਦੀ ਜਾਤੀ ਕੀ ਹੈ, ਪਰ ਮੈਂ ਜਾਣਦਾ ਹੁੰਦਾ ਹੈ ਕਿ ਜਾਂ ਉਹ SC ਹੈ, ਜਾਂ ST ਹੈ, ਜਾਂ OBC ਹੈ। ਜਾਣੀ ਭਾਰਤ ਦੇ ਦਬੇ ਕੁਚਲੇ ਲੋਕਾਂ 'ਚ ਕੋਈ ਆਦਮੀ ਇਹ ਲੜ ਰਿਹਾ। ਤਾਂ ਮੇਰੇ ਵੀਰੋ, ਜੇ ਬਾਕੀਆਂ ਨੂੰ ਵੀ ਮੇਰਾ ਸੰਦੇਸ਼ ਆਏ, ਬਾਕੀ ਜਿਹੜੇ ਸੁਣ ਰਹੇ ਆ ਮੈਨੂੰ, ਉਹਨਾਂ ਵਾਸਤੇ ਵੀ ਸੰਦੇਸ਼ ਹੈ। ਇਹਨਾਂ ਹੋਰ ਜਥੇਬੰਦੀਆਂ, ਜਿਹੜੇ ਅੰਬੇਡਕਰ ਰਾਈਟ ਜਥੇਬੰਦੀਆਂ ਜਾਂ ਵਾਲਮੀਕ ਜਥੇਬੰਦੀਆਂ, ਉਹਨਾਂ ਵਾਸਤੇ ਵੀ ਮੇਰਾ ਸੰਦੇਸ਼ ਹੈ ਕਿ ਅਸੀਂ ਇਸ ਤਰ੍ਹਾਂ ਅਗਰ ਭਰਾ ਨਾਲ ਭਰਾ ਲੜਦੇ ਰਹਾਂਗੇ ਤਾਂ ਰਾਵਣ ਮਾਰਿਆ ਜਾਂਦਾ ਰਹੇਗਾ ਤੇ ਰਾਵਣ ਦੀ ਲੰਕਾ ਵੀ ਲੁੱਟੀ ਜਾਂਦੀ ਰਹੇਗੀ। ਇਹ ਗੱਲ ਧਿਆਨ 'ਚ ਰੱਖ ਕੇ ਚੱਲੋ। ਅਸੀਂ ਸਦੀਆਂ ਤੱਕ ਗੁਲਾਮੀ ਕਰਦੇ ਕਰਦੇ ਲੋਕਾਂ ਦੇ, ਜਿਸ ਤਰ੍ਹਾਂ ਬ੍ਰਾਹਮਣ ਨੇ ਇੱਕ ਸਿਧਾਂਤ ਬਣਾਇਆ ਹੋਇਆ ਕਿ ਅਸੀਂ ਜੂਠ ਖਾਣੀ ਹੈ, ਛੋਟੀਆਂ ਜਾਤਾਂ ਦੇ ਲੋਕਾਂ ਨੇ, ਤਾਂ ਅਸੀਂ ਲੋਕਾਂ ਦੀ ਸੁੱਟੀ ਹੋਈ ਜੂਠ ਖਾਂਦੇ ਰਹੇ ਹਾਂ। ਔਰ ਅੱਜ ਵੀ ਕਰੋੜਾਂ ਲੋਕ ਜਿਹੜੇ ਆ ਉਹ ਜੂਠ ਖਾ ਰਹੇ ਆ। ਮੈਂ ਦੇਖਿਆ ਕਿ ਇੱਕ ਮੰਦਿਰ ਦੇ ਵਿੱਚ ਬ੍ਰਾਹਮਣਾਂ ਨੇ ਭੋਜਨ ਕੀਤਾ ਪੱਤਿਆਂ ਦੇ ਉੱਤੇ, ਔਰ ਜਦੋਂ ਖਾ ਕੇ ਚਲੇ ਗਏ ਤਾਂ ਨੀਚ ਜਾਤੀਆਂ, ਛੋਟੀਆਂ ਜਾਤੀਆਂ ਦੇ ਲੋਕ ਆ ਜਿਹੜੇ, ਉਹ ਜਿਹੜੇ ਪੱਤਿਆਂ ਨੂੰ ਵੀ ਚੱਟਦੇ ਆ, ਉਹਦੀ ਜੂਠ ਵੀ ਚੱਟਦੇ ਆ, ਉਹ ਉਹਨਾਂ ਦੇ ਉੱਤੇ ਲਿਟਦੇ ਰਹੇ। ਜਿੱਥੋਂ ਤੱਕ ਪੱਤੇ ਪਏ ਸੀ ਉੱਥੋਂ ਤੱਕ ਉਹ ਲਿਟਦੇ ਰਹੇ। ਬੰਦੇ, ਬੁੜੀਆਂ, ਬੱਚੇ, ਬੱਚੀਆਂ, ਮੁੰਡੇ, ਕੁੜੀਆਂ ਸਭ ਲਿਟਦੇ ਰਹੇ ਉਹਨਾਂ ਤੇ ਕਿ ਉਹਨਾਂ ਦੀ ਮੁਕਤੀ ਹੋ ਜਾਏਗੀ। ਤਾਂ ਹੁਣ ਮੈਨੂੰ ਇਹ ਦੱਸੋ ਕਿ ਕੀ ਆਪਾਂ ਆਪਣੇ ਨਾਲ ਲੜਨਾ ਹੈ, ਆਪਣੇ ਲੋਕਾਂ ਨਾਲ ਲੜਨਾ ਹੈ, ਜਾਂ ਉਸ ਵਿਵਸਥਾ ਨਾਲ ਲੜਨਾ ਜਿਹੜੀ ਸਾਨੂੰ ਲੋਕਾਂ ਦੀ ਜੂਠ ਚੱਟਣ ਵਾਸਤੇ ਮਜਬੂਰ ਕਰਦੀ ਹੈ। ਅਸੀਂ ਕਿਸੇ ਦੂਸਰੇ ਇਸ਼ਾਰੇ ਦੇ ਉੱਤੇ ਆਪਣੇ ਭਰਾਵਾਂ ਨਾਲ ਜਦੋਂ ਲੜਦੇ ਹਾਂ ਤਾਂ ਆਪਣਾ ਨੁਕਸਾਨ ਬਹੁਤ ਹੁੰਦਾ ਹੈ। ਮੇਰੇ ਵੀਰੋ, ਆਪਣਾ ਨੁਕਸਾਨ ਬਹੁਤ ਹੁੰਦਾ ਹੈ। ਕਦੇ ਇਸ ਦਰਦ ਨੂੰ ਮਹਿਸੂਸ ਕਰਕੇ ਵੇਖਿਓ। ਜੇ ਤੁਸੀਂ ਵਾਲਮੀਕ ਰਾਮਾਇਣ ਦੇਖੀ ਹੁੰਦੀ ਨਾ ਤਾਂ ਸ਼ਾਇਦ ਤੁਸੀਂ ਇਹ ਨਾ ਕਰਦੇ, ਤੇ ਜੇ ਤੁਸੀਂ ਪੜ੍ਹੀ ਹੁੰਦੀ ਤਾਂ ਕਦੇ ਵੀ ਨਾ ਸੋਚਦੇ ਇਹ ਸਾਰਾ ਕੁਝ। ਵਾਲਮੀਕ ਰਾਮਾਇਣ ਦੇਖਣਾ ਵੀ ਮਾਨੇ ਰੱਖਦਾ ਹੈ। ਜਿਵੇਂ ਸਾਡੇ ਜਿੰਨੇ ਪੜ੍ਹੇ ਲਿਖੇ ਲੋਕ ਹੈ, SC ST OBC ਤੇ ਸਿੱਖ, SC ST OBC ਤੇ ਸਿੱਖ ਲੋਕ ਹੈ ਜਿਹੜੇ, ਮੈਂ ਇਹ ਸਾਰਿਆਂ ਨੂੰ ਕਹਿ ਰਿਹਾ, ਜਿਹੜੇ 100 ਕਰੋੜ ਲੋਕ ਹੈ, ਇਹਨਾਂ ਨੇ ਅੱਜ ਤੱਕ ਭਾਰਤ ਦਾ ਸੰਵਿਧਾਨ ਨਹੀਂ ਵੇਖਿਆ ਕਦੇ। ਇਸੇ ਤਰ੍ਹਾਂ ਹੀ ਵਾਲਮੀਕ ਸਾਡੇ ਭਰਾ, ਜਿਹੜੇ ਸਾਡੀਆਂ ਭੈਣਾਂ ਜਿਹੜੀਆਂ, ਉਹਨਾਂ ਨੇ ਕਦੇ ਅੱਜ ਤੱਕ ਵਾਲਮੀਕ ਰਾਮਾਇਣ ਨਹੀਂ ਵੇਖੀ। ਤੇ ਜਿਨ੍ਹਾਂ ਨੇ ਵਾਲਮੀਕ ਰਾਮਾਇਣ ਵੇਖੀ ਨਹੀਂ ਹੈ, ਉਹਨਾਂ ਨੇ ਪੜ੍ਹੀ ਕਿੱਥੋਂ ਹੋਏਗੀ? ਤੇ ਜਿਨ੍ਹਾਂ ਨੇ ਪੜ੍ਹੀ ਨਹੀਂ ਹੈ, ਉਹਨਾਂ ਨੇ ਗੱਲ ਸਮਝੀ ਕਿਵੇਂ ਹੋਏਗੀ? ਇਹ ਤਾਂ ਸਮਝ ਤੋਂ ਬਾਹਰ ਚਲੀ ਗਈ ਸਾਰੀ ਗੱਲ। ਤਾਂ ਮੇਰੇ ਵੀਰੋ, ਇਹਨਾਂ ਗੱਲਾਂ ਤੋਂ ਪਾਸਾ ਵੱਟੋ। ਇਹ ਸਾਡੀ ਜ਼ਿੰਦਗੀ ਦਾ ਮਾਮਲਾ ਹੈ। ਬਾਮਸੇਫ ਤੁਹਾਡੇ ਜੀਵਨ ਦੇ ਵਿੱਚ ਪਰਿਵਰਤਨ ਲਿਆਉਣ ਵਾਸਤੇ ਲੜ ਰਹੀ ਹੈ।
मत ऐसा काम करना, मत करियो ये काम, मत किसी दे कहे ते किसी दे इशारे ते अपने भरावां दे गल च अंगूठा दिओ। किसी ने कोई शब्द बोलता, ਉਹਨੂੰ ਨਿੱਜੀ ਤੌਰ ਤੇ ਮਿਲ ਕੇ ਕਿਹਾ ਜਾ ਸਕਦਾ ਵੀ ਇਸ ਤਰ੍ਹਾਂ ਨਹੀਂ ਬੋਲਣਾ। ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੰਦਾ ਕਿ ਜਿਹੜਾ ਮੇਰੇ ਤੇ ਇੱਕ ਮੈਨੂੰ ਚਿੱਠੀ ਆਈ ਲੁਧਿਆਣੇ ਤੋਂ ਕਿ ਅਸੀਂ ਤੁਹਾਡੇ ਤੇ ਕੇਸ ਦਰਜ ਕਰਨ ਲੱਗੇ ਹਾਂ, ਇਹ ਗੱਲ 32-33 ਸਾਲ ਪੁਰਾਣੀ ਹੈ, ਕਿ ਤੁਸੀਂ ਭਗਵਾਨ ਵਾਲਮੀਕ ਨੂੰ ਵਾਲਮੀਕ ਲਿਖਿਆ ਬੱਬੇ ਨਾਲ। ਜਾਣੀ ਝਗੜਾ ਕੀ ਵਿੱਚ ਪਿਆ ਕਿ ਵਾਲਮੀਕ ਕਹਿਣ ਦੀ ਥਾਂ ਤੇ ਵਾਵੇ ਨਾਲ ਵਾਵਾ ਕਰਨਾ, ਇਹ ਕਹਿਣ ਦੀ ਥਾਂ ਤੇ ਤੁਸੀਂ ਬੱਬਾ ਕੰਨਾ ਬੋਲਿਆ, ਵਾਲਮੀਕ ਬੋਲਿਆ ਤੇ ਲਿਖਿਆ। ਤਾਂ ਮੈਂ ਤਾਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ। ਹਾਲਾਂਕਿ ਮੈਂ ਭਾਸ਼ਾ ਦੀ MA ਹਾਂ ਔਰ ਭਾਸ਼ਾ ਦਾ ਹੀ ਲੈਕਚਰਰ ਹਾਂ ਮੈਂ, ਔਰ 22 ਕਿਤਾਬਾਂ ਮੇਰੀਆਂ ਜਿਹੜੀਆਂ ਲਿਖੀਆਂ ਉਹ ਬਾਜ਼ਾਰ ਦੇ ਵਿੱਚ ਲੋਕਾਂ ਦੇ ਵਿੱਚ, ਦਲਿਤ ਪਛੜਿਆਂ ਦੇ ਵਿੱਚ ਤੇ ਦੂਜੇ ਲੋਕਾਂ 'ਚ ਵੀ ਪ੍ਰਚਲਿਤ ਹੈ। ਹਜ਼ਾਰਾਂ ਕੇਡਰ ਕੈਂਪ ਲਏ ਆ ਮੈਂ, ਹਜ਼ਾਰਾਂ ਸਭਾਵਾਂ ਕੀਤੀਆਂ ਮੈਂ ਪੂਰੀ ਦੁਨੀਆ 'ਚ, ਭਾਰਤ 'ਚ। ਤਾਂ ਮੈਨੂੰ ਤਾਂ ਇਸ ਚੀਜ਼ ਦਾ ਧਿਆਨ ਨਹੀਂ ਸੀ ਕਿ ਮੈਂ ਵਾਵਾ ਬੋਲ ਰਿਹਾ ਜਾਂ ਲਿਖ ਰਿਹਾ ਜਾਂ ਬੱਬਾ ਲਿਖ ਰਿਹਾ। ਬੱਬਾ ਸ਼ਬਦ ਜਗਰਾਵਾਂ ਦੇ ਕੋਲੇ ਵਾਵੇ ਨੂੰ ਬੋਲਿਆ ਜਾਂਦਾ ਹੈ ਤੇ ਬੱਬੇ ਨੂੰ ਵਾਵਾ ਬੋਲਿਆ ਜਾਂਦਾ ਹੈ। ਬੱਚੇ ਨੂੰ ਬੱਸਾ ਕਿਹਾ ਜਾਂਦਾ ਹੈ। ਜਾਣੀ ਇਹ ਬੋਲੀ ਬਦਲ ਜਾਂਦੀ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਚੀਜ਼, ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕੇਸ ਜਿਹੜਾ ਦਰਜ ਕਰਨਾ ਚਾਹੀਦਾ ਹੈ ਉਹ ਪੰਜਾਬ ਸਰਕਾਰ ਤੇ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਜਿਹੜੀ ਪੰਜਾਬ ਸਰਕਾਰ ਨੇ ਰਮਾਇਣ ਛਾਪੀ ਹੈ ਉਹਦੇ ਤੇ ਵਾਲਮੀਕ ਹੈ, ਵਾਲਮੀਕ ਨਹੀਂ ਹੈ। ਉਹ ਵਾਵੇ ਵਾਲਾ ਨਹੀਂ ਵਾਲਮੀਕ ਲਿਖਿਆ, ਬੱਬੇ ਵਾਲਾ ਲਿਖਿਆ ਹੋਇਆ। ਤਾਂ ਮੇਰਾ ਖਿਆਲ ਹੈ ਤੁਹਾਨੂੰ ਉਹਦੇ ਤੇ ਕੇਸ ਦਰਜ ਕਰਾਉਣਾ ਚਾਹੀਦਾ ਪੰਜਾਬ ਸਰਕਾਰ ਤੇ, ਉਹਦੇ ਭਾਸ਼ਾ ਵਿਭਾਗ ਤੇ। ਇਸੇ ਤਰ੍ਹਾਂ ਜਲੰਧਰ ਟਾਵਰ ਦੇ ਕੋਲੇ, ਰੇਡੀਓ ਟਾਵਰ ਦੇ ਕੋਲੇ ਇੱਕ ਕੇਡਰ ਕੈਂਪ ਚੱਲ ਰਿਹਾ ਸੀ। ਤਾਂ ਮੈਂ ਉਹ ਕੇਡਰ ਕੈਂਪ, ਕਾਂਸ਼ੀ ਰਾਮ ਜੀ ਤੋਂ ਪਹਿਲਾਂ ਮੈਂ ਕੇਡਰ ਕੈਂਪ ਲੈ ਰਿਹਾ ਸੀ। ਤਾਂ ਮੈਂ ਅੱਧਾ ਪੌਣਾ ਘੰਟਾ ਬੋਲਿਆ ਉੱਥੇ, ਤੇ ਮੈਂ ਵਾਲਮੀਕ ਸ਼ਬਦ ਹੀ ਬੋਲਦਾ ਰਿਹਾ ਸਹਿਜ ਸੁਭਾਅ। ਜਾਂ ਮੈਂ ਵਿੱਚੇ ਵਾਲਮੀਕ ਬੋਲ ਜਾਂਦਾ, ਵਿੱਚੇ ਵਾਵਾ ਬੋਲ ਜਾਂਦਾ, ਜਾਣੀ ਬੋਲਦਿਆਂ ਬੋਲਦਿਆਂ ਅਦਲ ਬਦਲ ਥੋੜਾ ਘਣਾ ਹੁੰਦਾ ਜਾਂਦਾ। ਤਾਂ ਬਹੁਤ ਸਾਰੇ ਲੋਕ ਜਿਹੜੇ ਵਾਲਮੀਕ ਭਰਾ ਸੀ, ਉਹ ਜਦੋਂ ਮੈਂ ਖਤਮ ਕੀਤਾ ਤਾਂ ਉਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਮੈਂ ਵਾਵਾ ਕਿਉਂ ਨਹੀਂ ਬੋਲਿਆ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਭਰਾਵਾਂ ਨਾਲ ਇੰਨੀਆਂ ਗੱਲਾਂ ਪਿੱਛੇ ਲੜਿਆ ਜਾਂਦਾ ਹੈ, ਔਰ ਫਿਰ ਉਸ ਜਥੇਬੰਦੀ ਦੇ ਖਿਲਾਫ ਲੜੋਗੇ ਜਿਹਦੇ ਕਰਕੇ ਤੁਸੀਂ ਵਾਲਮੀਕ ਰਮਾਇਣ ਵੇਖੀ ਅੱਜ ਤੱਕ, ਨਹੀਂ ਤਾਂ ਤੁਹਾਨੂੰ ਪਤਾ ਹੀ ਕੋਈ ਨਹੀਂ ਹੁੰਦਾ। ਤੁਹਾਡੇ ਮੰਦਿਰ 'ਚ ਕਿੰਨੀਆਂ ਵਾਲਮੀਕ ਰਮਾਇਣਾਂ, ਜਰਾ ਉਹ ਪੰਜਾਬ ਦੇ ਵਿੱਚ ਤੁਸੀਂ ਉਹ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਤੁਸੀਂ ਗਿਣਤੀ ਕਰਕੇ ਵੇਖੋ, ਤੁਸੀਂ 1% ਵੀ ਵਾਲਮੀਕ ਰਮਾਇਣ ਜਿਹੜੀ ਹੈ ਨਹੀਂ ਵੇਖੋਗੇ ਕਿਤੇ। ਸਾਡੀ ਲੜਾਈ ਜਿਹੜੀ ਹੈ ਉਹ ਇਹ ਨਹੀਂ ਹੈ। ਮੈਂ ਇਹ ਵੀ ਕਹੂੰਗਾ ਕਿ ਅਗਰ ਕੋਈ ਤੁਹਾਨੂੰ ਸਾਡੇ ਭਰਾਵਾਂ ਨੂੰ ਕਿਸੇ ਸ਼ਬਦ ਨਾਲ ਤਕਲੀਫ ਹੁੰਦੀ ਆ, ਉਹ ਸ਼ਬਦ ਨਹੀਂ ਬੋਲਣਾ ਚਾਹੀਦਾ। ਉਹ ਸ਼ਬਦ ਸਾਨੂੰ ਬੋਲਣਾ ਨਹੀਂ ਚਾਹੀਦਾ, ਤੁਹਾਨੂੰ ਗਰੇਜ਼ ਕਰਨਾ ਚਾਹੀਦਾ ਉਹ ਤੋਂ, ਕਿਉਂਕਿ ਸਾਡੇ ਭਰਾਵਾਂ ਦੇ ਵਿਚਕਾਰ ਉਹ ਤਰੇੜ ਪਾਉਂਦਾ ਹੈ। ਸਾਨੂੰ ਜਿੱਦ ਨਹੀਂ ਕਰਨੀ ਚਾਹੀਦੀ ਇਸ ਗੱਲ ਦੇ ਵਿੱਚ। ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਗੁਰੂ ਦੇ ਨਾਂ ਤੇ ਯੂਨੀਵਰਸਿਟੀ ਬਣੀ ਹੈ ਅੰਮ੍ਰਿਤਸਰ, ਇਸ ਯੂਨੀਵਰਸਿਟੀ ਨੇ ਸਤਿਗੁਰੂ ਨਾਮਦੇਵ ਨੂੰ ਡਾਕੂ ਕਿਹਾ, ਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਕੁਛ ਐਸੀਆਂ ਕਿਤਾਬਾਂ ਵੀ ਛਾਪੀਆਂ
ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡਾਕੂ ਕਿਹਾ। ਸਾਡੇ ਲੋਕ ਲੜੇ, ਲੜ ਕੇ ਉਹਨਾਂ ਨੇ ਉਹ ਸ਼ਬਦ ਕਢਾਏ। ਬਹੁਤ ਕੁਛ ਹੈ ਜਿਹੜਾ ਸਾਡੇ ਖਿਲਾਫ ਹੁੰਦਾ ਹੈ, ਪਰ ਸਾਨੂੰ ਖੁਦ ਇਸ ਗੱਲ ਤੋਂ ਬਚਾਅ ਕਰਨਾ ਚਾਹੀਦਾ ਹੈ। ਤਾਂ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਭਰਾ ਜਲੰਧਰ ਦੇ ਵਿੱਚ ਇਕੱਠੇ ਹੋ ਰਹੇ ਆ, ਜਾਂ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਸੋਚੀ ਹੈ, ਜਾਂ ਉਹਨਾਂ ਨੇ ਮੁਕੱਦਮਾ ਦਰਜ ਕਰਾਉਣ ਬਾਰੇ ਸੋਚਿਆ ਹੈ, ਤਾਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਬਾਮਸੇਵ ਦੀ ਜਾਣਕਾਰੀ ਰੱਖਣ। ਉਹ ਤੁਹਾਡੇ ਭਰਾ ਹੈ। ਔਰ ਮੈਂ ਤੁਹਾਨੂੰ ਕਿਹਾ ਕਿ ਬਾਮਸੇਵ ਦੀਨਾ ਭਾਨਾ ਜੀ ਕਰਕੇ ਬਣੀ, ਜਿਹੜੇ ਰਾਜਸਥਾਨ ਦੇ ਵਾਲਮੀਕੀ ਸੀ। ਔਰ ਮੈਂ ਤੁਹਾਨੂੰ ਇੱਕ ਹੋਰ ਸਬੂਤ ਦੇ ਦਿਆਂ ਕਿ ਉਹਨਾਂ ਦੀ ਪਤਨੀ ਜਿਹੜੀ ਵਾਲਮੀਕੀ ਨਹੀਂ ਹੈ, ਜਿਹੜੀ ਸ਼ਾਇਦ ਸੁਨਿਆਰਿਆਂ ਦੀ ਕੁੜੀ ਹੈ, ਉਹ ਅੱਜ ਵੀ ਦਿੱਲੀ ਦੇ ਦਫ਼ਤਰ 'ਚ ਮੌਜੂਦ ਹੈ। ਅੱਜ ਜਿਉਂਦੀ ਆ ਉਹ। ਅਸੀਂ ਉਹਨੂੰ ਦਾਦੀ ਕਹਿੰਦੇ ਰਹੇ, ਅੱਜ ਵੀ ਉਹਨੂੰ ਦਾਦੀ ਕਹਿੰਦੇ ਅਸੀਂ, ਔਰ ਦੀਨਾ ਭਾਨਾ ਜੀ ਨੂੰ ਦਾਦਾ ਕਹਿੰਦੇ ਰਹੇ ਸੀ। ਅਗਰ ਉਹਨਾਂ ਨੇ ਇਹ ਸਬੂਤ ਦੇਖਣਾ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਬਾਮਸੇਵ ਦੇ ਦਫ਼ਤਰ 'ਚ ਜਾਣ ਔਰ ਦਾਦੀ ਨੂੰ ਮਿਲਣ, ਔਰ ਦਾਦੀ ਸਾਰੀ ਕਹਾਣੀ ਤੁਹਾਨੂੰ ਦੱਸ ਦੇਗੀ, ਇਸ ਲੜਾਈ ਬਾਰੇ ਵੀ ਦੱਸ ਦੇਗੀ। ਤਾਂ ਬਾਕੀ ਜਥੇਬੰਦੀਆਂ ਨੂੰ, ਬਾਕੀ ਭਰਾਵਾਂ ਨੂੰ ਵੀ ਮੈਂ ਕਹੂੰਗਾ ਕਿ ਅਜਿਹੇ ਹਾਲਤ ਪੈਦਾ ਨਾ ਹੋਣ, ਇਹਦੇ ਬਾਰੇ ਜ਼ਰੂਰ ਚਰਚਾ ਕਰਨੀ ਚਾਹੀਦੀ ਹੈ। ਔਰ ਉਹਨਾਂ ਜਥੇਬੰਦੀਆਂ ਨੂੰ ਖੁਦ ਜਾ ਕੇ ਮਿਲਣਾ ਚਾਹੀਦਾ ਜਲੰਧਰ ਦੇ ਲੋਕਾਂ ਨੂੰ, ਤਾਂ ਕਿ ਉਹ ਜਾ ਕਦਮ ਨਾ ਚੱਕਣ। ਔਰ ਜਿਹੜੀ ਗੱਲ ਉਹਨਾਂ ਨੂੰ ਲੱਗਦੀ ਹੈ ਕਿ ਸਾਨੂੰ ਤਕਲੀਫ ਦਿੰਦੀ ਹੈ, ਉਹ ਸਾਨੂੰ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਾਂ ਮਿੱਤਰੋ, ਮੈਂ ਇੰਨੀ ਜਾਣਕਾਰੀ ਦਿੰਦਾ ਹੋਇਆ ਤੁਹਾਡੇ ਤੋਂ ਰਜਾ ਲੈਣਾ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।